हाँ जी, अपना सवाल दोबारा बोलियो, थोड़ा उच्ची बोलियो। गुरु ग्रंथ ਸਾਹਿਬ ਵਿੱਚ ਤੰਬਾਕੂ ਦਾ ਜ਼ਿਕਰ ਕਿਉਂ ਨਹੀਂ? हाँ, बड़ा अहम सवाल है और अक्सर ही ये सवाल ਜਿਹੜਾ ਹੈ ਬਹੁਤ ਸਾਰੇ ਵਿਦਿਆਰਥੀਆਂ ਦੇ ਵੱਲੋਂ ਕੈਂਪਾਂ ਦੇ ਦੌਰਾਨ ਕਿਤੇ ਨਾ ਕਿਤੇ ਜ਼ਰੂਰ ਪੁੱਛਿਆ ਜਾਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤੰਬਾਕੂ ਸ਼ਬਦ ਕਿਉਂ ਨਹੀਂ ਆਇਆ, ਜਾਂ ਤੰਬਾਕੂ ਦਾ ਜ਼ਿਕਰ ਜਿਹੜਾ ਉਹ ਨਹੀਂ ਹੈਗਾ। ਜਦੋਂ ਕਿ ਸਿੱਖ ਧਰਮ ਦੇ ਵਿੱਚ ਇਸ ਨੂੰ ਬੱਜਰ ਗ੍ਰਹਿਤ ਦੇ ਵਿੱਚ ਸ਼ਾਮਲ ਕੀਤਾ ਗਿਆ ਕਿ ਜੇਕਰ ਸਿੱਖ ਇਸ ਦੀ ਵਰਤੋਂ ਕਰ ਰਹੇ ਤਾਂ ਉਸ ਦੇ ਨਾਲ ਕੋਈ ਸਾਂਝ ਨਹੀਂ ਰੱਖੀ ਜਾਂਦੀ ਤੰਬਾਕੂ ਦੀ, ਚਾਹੇ ਉਹ ਪੀਣ ਦੇ ਰੂਪ 'ਚ, ਚਾਹੇ ਸੁੰਘਣ ਦੇ ਰੂਪ ਦੇ ਵਿੱਚ, ਚਾਹੇ ਖਾਣ ਦੇ ਰੂਪ ਦੇ ਵਿੱਚ, ਕਿਸੇ ਵੀ ਤਰ੍ਹਾਂ ਦੀ ਵਰਤੋਂ ਕਰਦਾ ਹੈ ਉਹਦੇ ਨਾਲ ਸਾਂਝ ਨਹੀਂ ਰੱਖੀ ਜਾਂਦੀ। ਅਤੇ ਕੀ ਕਾਰਨ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤੰਬਾਕੂ ਸ਼ਬਦ ਦੀ ਵਰਤੋਂ ਨਹੀਂ ਹੋਈ? ਮੈਂ ਇੱਕ ਵਾਰੀ ਇੱਕ ਵਿਖਿਆਨ ਦੇ ਦੌਰਾਨ ਇਹ ਗੱਲ ਜਦੋਂ ਕੀਤੀ ਤਾਂ ਉਹ ਜਿਹੜਾ ਜਵਾਬ ਸੀਗਾ ਦਰਅਸਲ ਜਵਾਬ ਠੀਕ ਸੀਗਾ, ਪਰ ਕਈ ਵਾਰੀ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਏ ਸ਼ਬਦ ਜਿਹੜੇ ਹੁੰਦੇ ਨੇ, ਜਿਹੜੇ ਗੁਰੂ ਪਾਤਸ਼ਾਹ ਦੇ ਵੱਲੋਂ ਪਾਵਨ ਗੁਰਬਾਣੀ ਦੇ ਵਿੱਚ ਸ਼ਬਦ ਵਰਤੇ ਗਏ ਹੁੰਦੇ ਨੇ, ਕਈ ਵਾਰੀ ਸਾਨੂੰ ਉਹਨਾਂ ਸ਼ਬਦਾਂ ਦੇ ਅਰਥਾਂ ਦਾ ਬੋਧ ਨਹੀਂ ਹੁੰਦਾ। ਇਸ ਕਰਕੇ ਕਈ ਵਾਰੀ ਜਵਾਬ ਦੇ ਉੱਪਰ ਵੀ ਸਵਾਲ ਪੈਦਾ ਹੋ ਜਾਂਦਾ ਹੈ। ਸੋ ਸਭ ਤੋਂ ਪਹਿਲੀ ਗੱਲ ਅਸੀਂ ਸਭ ਤੋਂ ਪਹਿਲਾਂ ਗੱਲ ਕਿ ਇਸ ਜਿਹੜੀ ਗੁੰਝਲ ਹੈ ਉਸ ਨੂੰ ਸਮਝਣ ਦਾ ਯਤਨ ਕਰੀਏ, ਜਾਂ ਜਾਣਕਾਰੀ ਲੈਣ ਦਾ, ਆਪਸ ਜਾਣਕਾਰੀ ਸਾਂਝੀ ਕਰਨ ਦਾ, ਕਿਉਂਕਿ ਹੋ ਸਕਦਾ ਹੈ ਕੱਲ੍ਹ ਨੂੰ ਤੁਸੀਂ ਵੱਡੇ ਹੋ ਕੇ ਇਸ ਖੇਤਰ ਦੇ ਵਿੱਚ ਬਹੁਤ ਵੱਡੀ ਖੋਜ ਕਰਨੀ ਹੋਵੇ ਜਿੱਥੇ ਤੁਹਾਨੂੰ ਮੇਰੀਆਂ ਕਈਆਂ ਗੱਲਾਂ ਜਾਂ ਮੇਰੀ ਖੋਜ ਬਹੁਤ ਛੋਟੀ ਲੱਗੇਗੀ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਸਮੋਕਿੰਗ, ਕਿਸੇ ਨਾ ਕਿਸੇ ਚੀਜ਼ ਨੂੰ, ਕਿਸੇ ਜੜੀ ਬੂਟੀ ਨੂੰ ਧੂਏਂ ਦੇ ਰੂਪ ਦੇ ਵਿੱਚ ਸੁੰਘਣਾ, ਜੇਕਰ ਤੁਸੀਂ ਇਸ ਸਮੋਕਿੰਗ ਦੀ ਤੁਸੀਂ ਖੋਜ ਕਰੋਗੇ ਵੱਖ-ਵੱਖ ਕਿਤਾਬਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਈਸਾ ਤੋਂ ਵੀ 2000 ਸਾਲ ਪਹਿਲਾਂ ਜਿਹੜੀ ਹਿੰਦੁਸਤਾਨ ਦੇ ਜਾਂ ਭਾਰਤ ਦੇ ਇਸ ਖਿੱਤੇ ਦੇ ਵਿੱਚ, ਜਦੋਂ ਇਹ ਸ਼ਾਇਦ ਦੇਸ਼ ਦਾ ਨਾਮਕਰਨ ਵੀ ਇਹ ਨਹੀਂ ਹੋਵੇਗਾ, ਤਾਂ ਉਸ ਵੇਲੇ ਵੀ ਜਿਹੜੀ ਸਮੋਕਿੰਗ ਹੈ ਉਹ ਪ੍ਰਚਲਿਤ ਸੀ। ਹੁਣ ਅਗਲੀ ਗੱਲ ਆ ਜਾਂਦੀ ਹੈ ਕਿ ਉਹ ਸਮੋਕਿੰਗ ਜਿਹੜੀ ਹੈ ਉਹ ਕਿਸ ਚੀਜ਼ ਦੀ ਸੀ, ਕਿਉਂਕਿ ਇਸ ਦਾ ਜ਼ਿਕਰ ਅਥਰਵ ਵੇਦ ਦੇ ਵਿੱਚ ਵੀ ਮਿਲਦਾ। ਇਹ ਜਿਹੜੀ ਸਮੋਕਿੰਗ ਹੈ ਜਾਂ ਕਿਸੇ ਨਾ ਕਿਸੇ ਚੀਜ਼ ਦਾ ਧੂੰਆਂ ਜਿਹੜਾ ਅੰਦਰ ਖਿੱਚਿਆ ਜਾਂਦਾ ਸੀ, ਇਹ ਕੁਝ ਬਿਮਾਰੀਆਂ ਜਿਹੜੀਆਂ ਸਾਹ ਦੀਆਂ ਬਿਮਾਰੀਆਂ ਹੁੰਦੀਆਂ ਸੀ ਉਹਨਾਂ ਦੇ ਇਲਾਜ ਵਾਸਤੇ ਕੁਝ ਖਾਸ ਜੜੀਆਂ ਬੂਟੀਆਂ ਦਾ ਜਿਹੜਾ ਧੂੰਆਂ ਸੀ ਉਹ ਅੰਦਰ ਖਿੱਚਿਆ ਜਾਂਦਾ ਸੀ, ਜਿਹਦੇ ਵਿੱਚ ਕੁਛ ਰੁੱਖਾਂ ਦੇ ਪੱਤੇ ਹੁੰਦੇ ਸੀ। ਇਹਦੇ ਤੋਂ ਇਲਾਵਾ ਜਿਵੇਂ ਇੱਕ ਤੇਂਦੁਲ ਨਾਂ ਦਾ ਪੱਤਾ ਹੁੰਦਾ ਸੀ, ਉਸ ਦੀ ਵਰਤੋਂ ਜਿਹੜੀ ਸੀ ਕੀਤੀ ਜਾਂਦੀ ਸੀ। ਕਈ ਵਾਰੀ ਲੌਂਗ ਜਿਹੜੇ ਹੁੰਦੇ ਸੀ ਉਹਨਾਂ ਦਾ ਧੂੰਆਂ ਵੀ ਕੁਛ ਬਿਮਾਰੀਆਂ ਦੇ ਵਾਸਤੇ ਐਜ ਏ ਸਮੋਕਿੰਗ ਲਿਆ ਜਾਂਦਾ ਸੀ, ਪਰ ਉਹਦੇ ਵਿੱਚ ਨਸ਼ੇ ਵਾਲੀ ਜਿਹੜੀ ਹੈ ਉਹ ਕੋਈ ਗੱਲ ਨਹੀਂ ਸੀ ਹੁੰਦੀ, ਉਸ ਦਾ ਇਸਤੇਮਾਲ ਦਵਾਈ ਦੇ ਵਾਂਗ ਹੁੰਦਾ ਸੀ। ਉਸ ਤੋਂ ਬਾਅਦ ਸ਼ਬਦ ਜਿਹੜਾ ਸੀ ਉਹ ਬੀੜਾ ਆ ਗਿਆ। ਹੁਣ ਇੱਕ ਗੱਲ ਹੋ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤੰਬਾਕੂ ਸ਼ਬਦ ਦੀ ਵਰਤੋਂ ਕਿਉਂ ਨਹੀਂ? ਮੈਂ ਜਿੱਥੇ ਬੀੜਾ ਸ਼ਬਦ ਦੇ ਉੱਪਰ ਪੌਜ਼ ਇਸ ਕਰਕੇ ਲਿਆ ਕਿਉਂਕਿ ਮੈਂ ਤੁਹਾਨੂੰ ਅੱਗੇ ਇਸ ਗੱਲ ਦੇ ਨਾਲ ਵੀ ਜੋੜ ਕੇ ਜਿਹੜਾ ਉਹ ਥੋੜ੍ਹਾ ਸਮਝਾਉਣਾ ਚਾਹੁੰਦਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ 1604 ਈਸਵੀ ਦੇ ਵਿੱਚ ਸੰਪੂਰਨ ਕਰ ਦਿੱਤੀ, ਔਰ ਜਦੋਂ ਗੁਰੂਦੇਵ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੰਪਾਦਿਤ ਕਰ ਰਹੇ ਸਨ ਤਾਂ ਉਸ ਵੇਲੇ ਤੱਕ ਅਜੇ ਹਿੰਦੁਸਤਾਨ ਦੇ ਵਿੱਚ ਜਾਂ ਭਾਰਤ ਦੇ ਇਸ ਖਿੱਤੇ ਦੇ ਵਿੱਚ ਤੰਬਾਕੂ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਪ੍ਰਚਲਿਤ ਨਹੀਂ ਸੀ ਹੋਇਆ। ਪਰ 1604 ਦੇ ਵਿੱਚ ਸਾਨੂੰ ਕੁਝ ਇਤਿਹਾਸਕ ਜਿਹੜੇ ਸਰੋਤ ਨੇ ਉਹਨਾਂ ਦੇ ਵਿੱਚ ਇਹ ਜ਼ਿਕਰ ਮਿਲਦਾ ਹੈ ਕਿ 1605 ਦੇ ਵਿੱਚ ਜਦੋਂ ਅਕਬਰ ਦੀ ਮੌਤ ਹੁੰਦੀ ਹੈ ਅਤੇ ਉਹਦੀ ਮੌਤ ਤੋਂ ਪਹਿਲਾਂ 1 ਸਾਲ ਪਹਿਲਾਂ ਦਵਾਈ ਦੇ ਰੂਪ ਦੇ ਵਿੱਚ ਉਸ ਨੂੰ ਦੇਣ ਦੇ ਵਾਸਤੇ 1604 ਦੇ ਵਿੱਚ ਉਸ ਦਾ ਇੱਕ ਦਰਬਾਰੀ ਜਿਸ ਦਾ ਨਾਮ ਅਸਦ ਬੇਗ ਆਉਂਦਾ ਹੈ, ਉਹ ਅਕਬਰ ਦੇ ਵਾਸਤੇ 1604 ਦੇ ਵਿੱਚ ਤੰਬਾਕੂ ਲੈ ਕੇ ਆਇਆ ਸੀ। ਉਹਦੇ ਬਾਰੇ ਜਿਹੜੇ ਉਹਨਾਂ ਦੇ ਜਿਹੜੇ ਕੋਰਟ ਦੇ ਜਿਹੜੇ ਦਸਤਾਵੇਜ਼ ਨੇ ਉਹਦੇ ਮੁਤਾਬਕ ਉਹ ਬੜਾ ਇਸ ਦਾ ਵਡਿਆ ਕੇ ਜ਼ਿਕਰ ਕਰਦਾ ਹੈ ਕਿ ਮੈਂ ਤੇਰੇ ਵਾਸਤੇ ਇੱਕ ਇਵੇਂ ਦੀ ਜਿਹੜੀ ਜੜੀ ਬੂਟੀ ਹੈ ਉਹ ਲੱਭ ਕੇ ਲੈ ਕੇ ਆਇਆ ਹੈ
ਜਿਸ ਨੂੰ ਇੱਕ ਬਹੁਤ ਸੁੰਦਰ ਕੀਮਤੀ ਜਿਹੜੀ ਪਾਈਪ ਹੈ, ਜਿਸ ਦੇ ਉੱਪਰ ਬੜੇ ਹੀਰੇ ਜਵਾਹਰਾਤ ਲੱਗੇ ਹੋਏ ਨੇ, ਉਹ ਸ਼ਾਇਦ ਉਸ ਸਮੇਂ ਦਾ ਹੁੱਕਾ ਹੋਵੇਗਾ ਕਿ ਉਸ ਤਰ੍ਹਾਂ ਦੀ ਪਾਈਪ ਦੇ ਨਾਲ ਇਸ ਨੂੰ ਪੀਣਾ ਪੈਂਦਾ ਹੈ ਤੇ ਇਹਦੇ ਨਾਲ ਬੜਾ ਸਰੂਰ ਮਿਲਦਾ ਹੈ, ਜਾਂ ਕਈ ਬਿਮਾਰੀਆਂ ਜਿਹੜੀਆਂ ਉਹਨਾਂ ਦਾ ਨਾਸ਼ ਹੋ ਜਾਂਦਾ ਹੈ। ਸੋ ਸਭ ਤੋਂ ਪਹਿਲਾਂ ਸਾਨੂੰ ਅਸਦ ਬੇਗ ਦੇ ਵੱਲੋਂ 1604 ਦੇ ਵਿੱਚ ਅਕਬਰ ਨੂੰ ਤੰਬਾਕੂ ਦੇਣ ਦਾ ਜ਼ਿਕਰ ਜਿਹੜਾ ਉਹ ਮਿਲਦਾ ਹੈ। ਇਹਦਾ ਮਤਲਬ ਕਿ ਉਦੋਂ ਕੇਵਲ ਇੱਕ ਰਾਜੇ ਦੇ ਕੋਲ ਪਹੁੰਚਿਆ, ਆਮ ਲੋਕਾਂ ਦੇ ਵਿੱਚ ਇਸ ਦੀ ਜਿਹੜੀ ਵਰਤੋਂ ਹੈ ਉਹ ਕਿਸੇ ਰੂਪ ਦੇ ਵਿੱਚ ਪ੍ਰਚਲਿਤ ਨਹੀਂ ਸੀ। ਉਸ ਤੋਂ ਬਾਅਦ ਖੁਲਾਸਤ ਤਵਾਰੀਖ ਸੁਜਾਨ ਰਾਏ ਭੰਡਾਰੀ ਫਾਰਸੀ ਦੀ ਕਿਤਾਬ, ਉਸ ਦਾ ਪੰਜਾਬੀ ਅਨੁਵਾਦ ਵੀ ਹੁਣ ਮਿਲਦਾ ਹੈ। ਉਹਦੇ ਵਿੱਚ ਜ਼ਿਕਰ ਮਿਲਦਾ ਹੈ ਕਿ 1609 ਤੇ 10 ਦੇ ਵਿੱਚ ਜਦੋਂ ਜਹਾਂਗੀਰ ਵੀ ਦਮੇ ਦੀ ਬਿਮਾਰੀ ਤੋਂ ਪੀੜਤ ਸੀ ਤਾਂ ਉਸ ਨੇ ਵੀ ਇਸ ਦੀ ਵਰਤੋਂ ਸ਼ੁਰੂ ਕੀਤੀ ਬਤੌਰ ਥੋੜ੍ਹਾ ਜਿਹਾ ਨਸ਼ਾ, ਕਿਉਂਕਿ ਸ਼ਰਾਬ ਦੀ ਵਰਤੋਂ ਜਹਾਂਗੀਰ ਬਹੁਤ ਕਰਦਾ ਸੀ। ਤਾਂ ਉਸ ਨੇ ਆਪਣੀ ਦਮੇ ਦੀ ਬਿਮਾਰੀ ਤੋਂ ਥੋੜ੍ਹੀ ਜਿਹੀ ਰਾਹਤ ਲੈਣ ਦੇ ਵਾਸਤੇ ਆਪਣੇ ਕਿਸੇ ਦਰਬਾਰੀ ਦੀ ਸਲਾਹ ਦੇ ਉੱਪਰ ਉਸੇ ਹੀ ਤੰਬਾਕੂ ਦੀ ਵਰਤੋਂ ਜਾਂ ਹੁੱਕੇ ਦੇ ਰੂਪ 'ਚ ਪੀਣਾ ਸ਼ੁਰੂ ਕੀਤਾ, ਜਿਸ ਤਰ੍ਹਾਂ ਉਸ ਦਾ ਬਾਪ ਜਿਹੜਾ ਸੀ ਉਹ ਪੀਆ ਕਰਦਾ ਸੀ। ਉਸਨੇ ਇੱਕ ਹੋਰ ਬੜਾ ਪਿਆਰਾ ਜ਼ਿਕਰ ਕੀਤਾ ਹੈ, ਉਹ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਹੈ। ਉਹ ਕਹਿੰਦਾ ਹੈ ਕਿ ਅਕਸਰ ਜਦੋਂ ਜਹਾਂਗੀਰ ਇਸ ਤਰ੍ਹਾਂ ਦੇ ਨਾਲ ਉਸ ਦੀ ਵਰਤੋਂ ਕਰਦਾ ਤਾਂ ਕਈ ਵਾਰੀ ਉਸ ਦੇ ਦਰਬਾਰ ਦੇ ਵਿੱਚ ਜਿਹੜੇ ਉਸ ਦੇ ਦਰਬਾਰੀ ਸੀ ਉਹ ਆਪਣੇ ਨੱਕ ਦੇ ਉੱਪਰ ਕੱਪੜਾ ਲੈ ਲੈਂਦੇ। ਇੱਕ ਵਾਰੀ ਉਸਨੇ ਨੂਰ ਜਹਾਂ ਨੂੰ ਪੁੱਛਿਆ ਵੀ ਕਿ ਕੀ ਕਾਰਨ ਹੈ, ਤਾਂ ਉਸਨੇ ਦੱਸ ਦਿੱਤਾ ਕਿ ਮੈਂ ਇੱਕ ਕਿਤੇ ਦਰਬਾਰੀ ਤੋਂ ਪਤਾ ਕੀਤਾ, ਉਸਨੇ ਦੱਸਿਆ ਕਿ ਤੇਰੇ ਮੂੰਹ 'ਚੋਂ ਦੁਰਗੰਧ ਹੀ ਇੰਨੀ ਮਾੜੀ ਆਉਂਦੀ ਹੈ ਕਿ ਜਿਹੜੇ ਦਰਬਾਰੀ ਨੇ ਉਹਨਾਂ ਨੂੰ ਤੇਰੇ ਸਾਹਮਣੇ ਆਪਣਾ ਮੂੰਹ ਢੱਕਣਾ ਪੈਂਦਾ ਹੈ। ਹੁਣ ਤੁਸੀਂ ਵੇਖੋ ਇਹ ਕਿੰਨੀ ਕਹਿ ਸਕਦੇ ਹੋ ਕਿ ਗੰਦਗੀ ਵਾਲੀ ਜਾਂ ਕਿੰਨੀ ਗਲਾਨੀ ਵਾਲੀ ਜਿਹੜੀ ਹੈ ਉਹ ਇਹ ਜਿਹੜੀ ਗੰਧ ਹੁੰਦੀ ਹੈ ਕਿ ਉਸ ਗੰਧ ਦੇ ਕਰਕੇ ਦਰਬਾਰੀ ਮੂੰਹ ਢੱਕਦੇ ਸੀ। ਤੇ ਜਦੋਂ ਜਹਾਂਗੀਰ ਨੂੰ ਇਹ ਪਤਾ ਲੱਗਾ ਕਿ ਇਹ ਮੇਰੇ ਵਾਸਤੇ ਸ਼ਰਮ ਵਾਲੀ ਬੇਇੱਜ਼ਤੀ ਵਾਲੀ ਗੱਲ ਹੈ, ਤੇ ਕੁਝ ਸਮਾਂ ਵਰਤੋਂ ਕਰਨ ਤੋਂ ਬਾਅਦ ਉਸ ਨੇ 1617 ਦੇ ਵਿੱਚ ਤੰਬਾਕੂ ਦੀ ਵਰਤੋਂ ਦੇ ਉੱਪਰ ਪਾਬੰਦੀ ਜਿਹੜੀ ਸੀ ਉਹ ਲਗਾ ਦਿੱਤੀ। ਪਰ ਉਹਦੇ ਪਹਿਲਾਂ ਪੀਣ ਦਾ ਜ਼ਿਕਰ ਬਹੁਤ ਘੱਟ ਸਰੋਤਾਂ 'ਚ ਮਿਲਦਾ ਹੈ, ਤੇ ਬਹੁਤੇ ਤਾਰੀਖਦਾਨ ਇਹੀ ਕਹਿੰਦੇ ਨੇ ਕਿ ਜਹਾਂਗੀਰ ਨੇ 1617 ਦੇ ਵਿੱਚ ਇਹਦੇ ਉੱਪਰ ਪਾਬੰਦੀ ਲਾ ਦਿੱਤੀ, ਪਰ ਇਸ ਦੀ ਪੀਣ ਦੀ ਜਿਹੜੀ ਸ਼ੁਰੂਆਤ ਹੈ ਹੁੱਕੇ ਦੇ ਰੂਪ ਦੇ ਵਿੱਚ ਉਸ ਦੇ ਬਾਪ ਅਕਬਰ ਦੇ ਵੱਲੋਂ 1604 ਦੇ ਵਿੱਚ ਕੀਤੀ ਗਈ। ਹੁਣ ਤੁਸੀਂ ਇਹ ਵੇਖੋ ਕਿ ਜਿਸ ਵੇਲੇ ਤੰਬਾਕੂ ਹਿੰਦੁਸਤਾਨ ਦੇ ਵਿੱਚ ਆਉਂਦਾ ਹੈ ਤਾਂ ਉਸ ਸਮੇਂ ਇਹ ਲੋਕਾਂ ਦੇ ਵਿੱਚ ਪ੍ਰਚਲਿਤ ਹੀ ਨਹੀਂ ਹੈ, ਭਾਵ ਆਉਂਦਾ ਹੀ ਉਦੋਂ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਹੋ ਚੁੱਕੀ ਹੈ। ਹੁਣ ਅਗਲੀ ਗੱਲ ਜਿਹੜੀ ਮੈਂ ਫਿਰ ਗੱਲ ਕਹੀ ਸੀ ਕਿ ਬੀੜਾ ਸ਼ਬਦ ਜਾਂ ਫਿਰ ਪਾਨ ਦਾ ਬੀੜਾ, ਹੁਣ ਇਸ ਵੀਰ ਦਾ ਇੱਕ ਸਵਾਲ ਸੀ ਮੈਨੂੰ, ਅੱਜ ਨਹੀਂ ਇੱਕ ਹੋਰ ਇਸੇ ਤਰ੍ਹਾਂ ਦੇ ਜਵਾਬ ਦੇ ਦੌਰਾਨ, ਕਿ ਜੇਕਰ ਤੰਬਾਕੂ ਜਿਹੜਾ ਹੈ ਉਹ 1604 ਤੋਂ ਬਾਅਦ ਦੇ ਵਿੱਚ ਪ੍ਰਚਲਿਤ ਹੋਇਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਜ਼ਿਕਰ ਕਿਉਂ ਆਉਂਦਾ ਹੈ ਜਿਹੜਾ ਚੌਥੇ ਪਾਤਸ਼ਾਹ ਨੇ ਸ਼ਬਦ ਲਿਖਿਆ ਹੈ ਕਿ ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੀਆਂ ਨੇ ਜੰਮ ਪਕੜ ਚਲਾਈਆਂ। ਉਹਦੇ ਵਿੱਚ ਅਹਿਮ ਗੱਲ ਹੈ ਕਿ ਪਾਨ ਸੁਪਾਰੀ ਦੀ ਜਿਹੜੀ ਬੀੜੀ ਹੈ ਉਹ ਪਾਨ ਦੇ ਪੱਤੇ ਦੇ ਵਿੱਚ ਵੱਖ-ਵੱਖ ਵਸਤਾਂ ਨੂੰ ਰੱਖ ਕੇ ਲੌਂਗ ਜਾਂ ਕੁਝ ਹੋਰ ਚੀਜ਼ਾਂ ਉਹਦੇ ਵਿੱਚ ਤੇਂਦੁਲ ਦੀ ਜਿਹੜੀ ਸੀਗੀ ਉਹ ਵਰਤੋਂ ਕੀਤੀ ਜਾਂਦੀ ਸੀ, ਪਾਨ ਦੇ ਪੱਤੇ ਦੀ ਵਰਤੋਂ, ਲੌਂਗ ਦੀ ਵਰਤੋਂ, ਸੁਪਾਰੀ ਦੀ ਵਰਤੋਂ, ਉਹ ਜਿਹੜਾ ਜਿਸ ਨੂੰ ਵਟਿਕਾ ਕਿਹਾ ਜਾਂਦਾ ਸੀ। ਇਸ ਨੂੰ ਹੋਰ ਡਿਟੇਲ ਦੇ ਵਿੱਚ ਤੁਸੀਂ ਵੇਖਣਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਬੀੜੀ ਸ਼ਬਦ ਜਿਹੜੀਆਂ ਲੋਕੀ ਅੱਜ ਤੰਬਾਕੂ ਦੀਆਂ ਬੀੜੀਆਂ ਪੀਂਦੇ ਨੇ ਇਹਦੇ ਨਾਲ ਕੋਈ ਸੰਬੰਧ ਨਹੀਂ। ਉਹ ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ, ਉਹ ਸੀਗਾ ਕਿ ਮੁੱਖ ਨੂੰ ਬੀੜਾ ਲਾਉਣਾ, ਭਾਵ ਕਿ ਪਾਨ ਦਾ ਜਿਹੜਾ ਬੀੜਾ ਜਿਹਦੇ ਵਿੱਚ ਉਦੋਂ ਤੰਬਾਕੂ ਨਹੀਂ ਸੀ ਪੈਂਦਾ, ਇਹਦੇ ਵਿੱਚ ਉਸ ਦਾ ਜ਼ਿਕਰ ਕੀਤਾ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਚੌਥੇ ਪਾਤਸ਼ਾਹ ਨੇ ਜਦੋਂ ਇਸ ਪਾਵਨ ਬਾਣੀ ਨੂੰ ਉਚਾਰਿਆ ਉਸ ਵੇਲੇ ਇਸ ਦੇਸ਼ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਤੰਬਾਕੂ ਦੀ ਵਰਤੋਂ ਜਿਹੜੀ ਹੈ ਉਹ ਨਹੀਂ ਸੀ ਕੀਤੀ ਜਾਂਦੀ। ਪਰ ਜਦੋਂ 1617 ਦੇ ਵਿੱਚ ਜਹਾਂਗੀਰ ਨੇ ਇਸ ਦੇ ਉੱਪਰ ਪਾਬੰਦੀ ਲਾ ਦਿੱਤੀ ਤਾਂ ਇਹ ਤਾਂ ਤੁਸੀਂ ਅੱਜ ਵੀ ਵੇਖਦੇ ਹੋ ਨਾ ਕਿ ਜਿਸ ਚੀਜ਼ ਦੇ ਉੱਪਰ ਪਾਬੰਦੀ ਲੱਗ ਜਾਵੇ ਲੋਕ ਉਸ ਦੀ ਕਈ ਵਾਰੀ ਵਰਤੋਂ ਵੀ ਵੱਧ ਕਰਦੇ ਨੇ, ਕਈ ਵਾਰੀ ਉਸ ਨੂੰ ਅਹਿਮੀਅਤ ਵੀ ਵੱਧ ਦਿੰਦੇ ਨੇ ਤੇ ਕਈ ਵਾਰੀ ਉਸ ਦੀ ਮੰਗ ਵੀ ਵੱਧ ਜਾਂਦੀ ਹੈ। ਜਦੋਂ ਲੋਕਾਂ ਨੂੰ ਇਸ ਨਸ਼ੇ ਦਾ ਉੱਤਰੀ ਭਾਰਤ ਦੇ ਲੋਕਾਂ ਨੂੰ ਪਤਾ ਲੱਗਾ, ਕਿਉਂਕਿ ਜਦੋਂ ਅਕਬਰ ਤੱਕ ਇਹ ਆਇਆ ਸੀ ਤਾਂ ਅਸਦ ਬੇਗ
ਕਿਸੇ ਪੁਰਤਗੀਜ਼ ਵਿਅਕਤੀ ਦੇ ਕੋਲੋਂ ਲੈ ਕੇ ਆਇਆ ਸੀ, ਕਿਉਂਕਿ ਸਭ ਤੋਂ ਪਹਿਲਾਂ ਪੁਰਤਗੀਜ਼ ਜਿਹੜੇ ਲੋਕ ਸੀ ਉਹ ਗੋਆ ਦੇ ਰਸਤੇ ਇਸ ਬੂਟੀ ਨੂੰ ਲੈ ਕੇ ਆਏ ਸੀ। ਉਹਨਾਂ ਸਮਿਆਂ ਦੇ ਵਿੱਚ ਹੀ ਇੰਗਲੈਂਡ ਦੇ ਵਿੱਚ ਡਾਕਟਰ ਜੌਨ ਹਾਕਿਨ ਜਿਹੜਾ ਸੀ ਉਹ ਤੰਬਾਕੂ ਦੀ ਬੂਟੀ ਨੂੰ ਲੈ ਕੇ ਗਿਆ ਸੀ। ਅਗਲੀ ਗੱਲ ਫਿਰ ਆ ਗਈ ਕਿ ਜਦੋਂ ਹੌਲੀ ਹੌਲੀ ਲੋਕਾਂ ਨੇ ਇਸ ਦੀ ਵਰਤੋਂ ਸ਼ੁਰੂ ਕੀਤੀ ਤੇ ਇੱਥੋਂ ਤੱਕ ਕਿ ਲੋਕਾਂ ਨੇ ਇਸ ਦੀ ਉੱਤਰੀ ਭਾਰਤ ਦੇ ਵਿੱਚ, ਉੱਤਰੀ ਖਿੱਤੇ ਦੇ ਵਿੱਚ ਬਿਜਾਈ ਵੀ ਸ਼ੁਰੂ ਕਰ ਦਿੱਤੀ। ਤੇ ਜਦੋਂ ਆਮ ਲੋਕਾਂ ਦੇ ਵਿੱਚ ਇਹਦਾ ਥੋੜਾ ਜਿਹਾ ਪ੍ਰਚਲਨ ਵਧਣ ਲੱਗਾ ਤਾਂ ਉਸ ਵੇਲੇ ਫਿਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਕੈਥਲ ਤੋਂ ਬਾਰਨਾ ਵਾਲੇ ਪਾਸੇ ਆ ਰਹੇ ਸੀ ਤਾਂ ਬਾਰਨਾ ਪਿੰਡ ਦੇ ਵਿੱਚ ਉਹਨਾਂ ਨੂੰ ਪਤਾ ਲੱਗਾ ਕਿ ਕੁਝ ਇੱਕ ਜ਼ਿਮੀਂਦਾਰ ਜਿਹੜੇ ਨੇ ਇਸ ਦੀ ਵਰਤੋਂ ਵੀ ਕਰਦੇ ਨੇ, ਇਹਦੇ ਨਾਲ ਨਾਲ ਉਹ ਬਿਜਾਈ ਵੀ ਕਰਦੇ ਨੇ। ਤੇ ਉਸ ਵੇਲੇ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਵਰਜਦੇ ਹੋਏ ਇਹ ਗੱਲ ਕਹੀ ਜਿਹੜੀ ਸਾਡੇ ਸਰੋਤਾਂ ਦੇ ਵਿੱਚ ਦਰਜ ਹੈ, ਗੰਦਾ ਧੂਮ ਬੰਸ ਤੇ ਤਿਆਗੋ। ਗੰਦਾ ਧੂਮ ਕਿ ਗੰਦੇ ਧੂਏ ਵਾਲੀ ਇਸ ਵਸਤੂ ਨੂੰ ਆਪਣੇ ਪਰਿਵਾਰ ਦੇ ਵਿੱਚੋਂ, ਗੰਦਾ ਧੂਮ ਬੰਸ ਤੇ ਤਿਆਗੋ, ਆਪਣੇ ਪਰਿਵਾਰ ਦੇ ਵਿੱਚੋਂ ਇਸ ਦਾ ਬਿਲਕੁਲ ਤਿਆਗ ਕਰ ਦੇਵੋ। ਅਤੀ ਗਲਾਨ ਇਸ ਤੇ ਧਰ ਭਾਗੋ। ਇਹ ਬੜੀ ਅਹਿਮ ਗੱਲ ਹੈ ਕਿ ਇਹ ਇੰਨੀ ਕਹਿ ਸਕਦੇ ਹੋ ਕਿ ਘਟੀਆ ਚੀਜ਼ ਹੈ ਕਿ ਇਹਦੇ ਤੋਂ ਦੂਰ ਭੱਜਣਾ ਚਾਹੀਦਾ। ਹੁਣ ਅਸੀਂ ਅੱਗੇ ਆ ਜਾਈਏ ਕਿ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਖਾਲਸੇ ਨੂੰ ਖੰਡੇ ਬਾਟੇ ਦੀ ਪਹੁਲ ਬਖਸ਼ਿਸ਼ ਕਰਦੇ ਨੇ ਤਾਂ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨ ਦੇ ਸਮੇਂ ਉਹ ਇਸ ਨੂੰ 4 ਬੱਜਰ ਕ੍ਰੈਤਾਂ ਦੇ ਵਿੱਚ ਸ਼ਾਮਲ ਕਰਦੇ ਨੇ ਤੇ ਉਹ ਨਾਮ ਕੀ ਦਿੰਦੇ ਨੇ, ਜਗਤ ਜੂਠ। ਇਹੀ ਗੱਲ ਸਾਡੇ ਸਰੋਤਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਹੈ ਕਿ ਇਸ ਤੋਂ ਦੂਰ ਭੱਜੋ, ਪੀਣਾ ਤੇ ਕਿਤੇ ਰਿਹਾ, ਇਸ ਤੋਂ ਦੂਰ ਭੱਜੋ। ਤੇ ਹੁਣ ਜਗਤ ਜੂਠ ਤੰਬਾਕੂ ਨਾ ਸੇਵ, ਇਹ ਸਾਡੇ ਰਹਿਤਨਾਮਿਆਂ ਦੇ ਵਿੱਚ ਵੀ ਮਿਲਦਾ ਹੈ। ਹੁਣ ਜਗਤ ਜੂਠ ਇਸ ਕਰਕੇ ਕਿਹਾ ਜਾਂਦਾ ਹੈ ਕਿ ਇੱਕ ਵਿਅਕਤੀ ਪੀਂਦਾ ਹੈ ਤੇ ਉਹ ਸਾਰੇ ਜਗਤ ਨੂੰ ਝੂਠਾ ਕਰਦਾ ਹੈ। ਹੁਣ ਤੁਸੀਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਵੱਖ-ਵੱਖ ਜਦੋਂ ਯੂਨਾਈਟਿਡ ਨੇਸ਼ਨ ਡਰੱਗ ਕੰਟਰੋਲ ਪ੍ਰੋਗਰਾਮ ਦੇ ਉੱਪਰ ਵੱਖ-ਵੱਖ ਤੇ ਉਹਨਾਂ ਦੇ ਲਿਟਰੇਚਰ ਆਉਂਦਾ ਹੈ, ਉਹਨਾਂ ਦੇ ਕਿਤਾਬਚੇ ਆਉਂਦੇ ਨੇ ਨਸ਼ਿਆਂ ਦੇ ਉੱਪਰ, ਤਾਂ ਬੜੀ ਅਹਿਮ ਗੱਲ ਹੁੰਦੀ ਹੈ ਕਿ ਤੰਬਾਕੂ ਦੇ ਵਿੱਚ ਐਕਟਿਵ ਤੇ ਪੈਸਿਵ ਸਮੋਕਰ ਜਿਹੜੇ ਨੇ ਉਹ ਬਰਾਬਰ ਦੇ, ਕਹਿ ਸਕਦੇ ਹੋ ਕਿ ਬਰਾਬਰ ਦੇ ਨੁਕਸਾਨ ਦੇ ਵਿੱਚ ਜਾਂਦੇ ਨੇ ਜਾਂ ਉਹਨਾਂ ਦੀ ਸਿਹਤ ਦਾ ਬਰਾਬਰ ਦਾ ਨੁਕਸਾਨ ਹੁੰਦਾ ਹੈ। ਐਕਟਿਵ ਉਹ ਹੁੰਦਾ ਹੈ ਜਿਹੜਾ ਪੀ ਰਿਹਾ ਹੁੰਦਾ ਹੈ, ਪੈਸਿਵ ਉਹ ਹੁੰਦਾ ਹੈ ਜਿਹੜਾ ਪੀ ਨਹੀਂ ਰਿਹਾ ਹੁੰਦਾ ਪਰ ਉਹਦੇ ਰਾਹੀਂ ਵੀ, ਸਾਹ ਦੇ ਰਾਹੀਂ ਉਹਦੇ ਅੰਦਰ ਵੀ ਤੰਬਾਕੂ ਦਾ ਧੂੰਆਂ ਜਾ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਤੰਬਾਕੂ ਦੇ ਇੱਕ ਹੋਰ ਬੜੀ ਮਾੜੀ ਚੀਜ਼, ਇਹ ਮੈਂ ਤੁਹਾਨੂੰ ਹੁਣ ਬੱਚੋ ਇਸ ਕਰਕੇ ਦੱਸਣਾ ਚਾਹੁੰਦਾ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਵਿਸ਼ਵ ਸਿਹਤ ਸੰਸਥਾ ਹੈ ਉਹਦੇ ਵੱਲੋਂ ਜਿਹੜਾ ਹੁਣ ਸਰਵੇਖਣ ਹੋਇਆ ਹੈ ਉਹਦੇ ਮੁਤਾਬਕ ਜਿਹੜਾ ਟੋਟਲ ਜਿਹੜਾ ਭਾਰਤ ਦੇਸ਼ ਹੈ ਇਹਦੇ ਵਿੱਚ 15 ਸਾਲ ਤੋਂ ਉੱਪਰ ਦੇ 267 ਮਿਲੀਅਨ ਦੇ ਕਰੀਬ ਜਿਹੜੇ ਨੇ ਉਹ ਲੋਕ ਤੰਬਾਕੂ ਦੀ ਵਰਤੋਂ ਕਰ ਰਹੇ ਨੇ। ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਦੇ ਨਾਲ ਤੰਬਾਕੂ ਦੀ ਵਰਤੋਂ ਬਹੁਤ ਜ਼ਿਆਦਾ ਵਧੀ ਹੈ ਔਰ ਇੰਨੀ ਵਧੀ ਹੈ ਕਿ ਇੱਕ ਅਣਅਧਿਕਾਰਤ ਜਿਹੜਾ ਸਰਵੇਖਣ ਹੈ ਉਹਦੇ ਮੁਤਾਬਕ 15 ਸਾਲ ਤੋਂ ਉੱਪਰ ਦੇ ਜਿਹੜੇ ਪੰਜਾਬ ਦੇ ਨੇ 19 ਤੋਂ 21% ਵਿਦਿਆਰਥੀ ਜਿਹੜੇ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੰਬਾਕੂ ਦੀ ਵਰਤੋਂ ਕਰ ਰਹੇ ਨੇ। ਉਹ ਜ਼ਿਆਦਾਤਰ ਤੰਬਾਕੂ ਜਿਹੜਾ ਸਮੋਕਲੈਸ ਹੈ। ਸਮੋਕਲੈਸ ਦਾ ਮਤਲਬ ਕਿ ਕੁਝ ਤਾਂ ਬੀੜੀ ਦੇ ਜਾਂ ਸਿਗਰਟ ਦੇ ਰੂਪ, ਸਿਗਾਰ ਦੇ ਰੂਪ ਦੇ ਵਿੱਚ ਲੋਕ ਜਿਹੜੇ ਨੇ ਉਹ ਤੰਬਾਕੂ ਪੀਂਦੇ ਨੇ। ਤੇ ਪੰਜਾਬ ਦੇ ਵਿੱਚ ਜਾਂ ਇਸ ਦੇਸ਼ ਦੇ ਵਿੱਚ ਜਿਹੜੀ ਜ਼ਿਆਦਾ ਤੰਬਾਕੂ ਦੀ ਵਰਤੋਂ ਹੋ ਰਹੀ ਹੈ ਉਹ ਜਿਹੜੀ ਹੋ ਰਹੀ ਹੈ ਉਹ ਕਿਤੇ ਖੈਨੀ ਦੇ ਰੂਪ 'ਚ, ਗੁਟਕੇ ਦੇ ਰੂਪ ਦੇ ਵਿੱਚ, ਕੂਲ ਲਿਪ ਦੇ ਰੂਪ 'ਚ ਜਾਂ ਪਾਨ ਦੇ ਰਾਹੀਂ, ਜਰਦਾ ਕਲੀ ਦੇ ਨਾਲ ਮਿਲਾ ਕੇ। ਸੋ ਇਸ ਤਰ੍ਹਾਂ ਦੇ ਨਾਲ ਜਿਹੜੀ ਤੰਬਾਕੂ ਦੀ ਵਰਤੋਂ ਹੋ ਰਹੀ ਹੈ ਇਹਦੇ ਕਰਕੇ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਹੁਣ ਜਿਹੜੀਆਂ ਵਿਗਿਆਨ ਦੀਆਂ ਨਵੀਆਂ ਖੋਜਾਂ ਆਈਆਂ ਨੇ ਉਹਨਾਂ ਨੇ ਇਹ ਗੱਲ ਕਿਹਾ, ਕਿਉਂਕਿ ਮੈਂ ਇਹ ਗੱਲ ਇਸ ਕਰਕੇ ਫਿਰ ਸਾਂਝੀ ਕਰਨ ਲੱਗਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਬੱਚੀਆਂ ਵੀ ਇਸ ਬਿਮਾਰੀ ਜਾਂ ਕਹਿ ਸਕਦੇ ਹਾਂ ਕਿ ਇਸ ਬੁਰੀ ਆਦਤ ਦਾ ਸ਼ਿਕਾਰ ਹੁੰਦੀਆਂ ਜਾ ਰਹੀਆਂ ਨੇ। ਉਹ ਵੀ ਜਿਹੜਾ ਕੂਲ ਲਿਪ ਜਿਹੜਾ ਬੁੱਲਾਂ ਦੇ ਵਿੱਚ ਰੱਖਦੇ ਨੇ ਜਾਂ ਖੈਨੀ ਦੇ ਰੂਪ ਦੇ ਵਿੱਚ ਜਾਂ ਬਹੁਤ ਸਾਰਾ ਮਾਊਥ ਫਰੈਸ਼ਨਰ ਦੇ ਰੂਪ ਦੇ ਵਿੱਚ ਵੀ ਆ ਰਿਹਾ, ਰਜਨੀ ਗੰਧਾ ਵਗੈਰਾ ਵੇਖਣ ਨੂੰ ਇੰਝ ਲੱਗਦਾ ਹੈ ਕਿ ਉਹ ਜਿਹੜੇ ਹੈਗੇ ਨੇ ਮਾਊਥ ਫਰੈਸ਼ਨਰ ਨੇ ਪਰ ਉਹਨਾਂ ਦੇ ਵਿੱਚ ਵੀ ਤੰਬਾਕੂ ਦੀ ਜਿਹੜੀ ਵਰਤੋਂ ਹੈ ਉਹ ਹੋ ਰਹੀ ਹੈ। ਇਹਦੇ ਵਾਸਤੇ ਬੱਚੀਆਂ ਦੇ ਵਾਸਤੇ ਖਾਸ ਗੱਲ ਕਿ ਵਿਸ਼ਵ ਸਿਹਤ ਸੰਸਥਾ ਨੇ ਆਪਣੇ ਇੱਕ ਜਰਨਲ ਦੇ ਵਿੱਚ ਇਹ ਗੱਲ ਕਹੀ ਸੀ ਕਿ ਤੰਬਾਕੂ ਜਿਹੜਾ ਹੈ ਜੇਕਰ ਇੱਕ ਔਰਤ ਪੀ ਰਹੀ ਹੈ ਤਾਂ
ਉਸ ਦੇ ਪੇਟ ਦੇ ਵਿੱਚ ਪਾਲਣ ਵਾਲੇ ਬੱਚੇ ਦੇ ਵਿੱਚ ਵੀ ਇਹ ਉਨੀ ਮਾਤਰਾ ਦੇ ਵਿੱਚ ਜਾਂਦਾ ਹੈ। ਇਹ ਪਲਸੈਂਟਲ ਬੈਰੀਅਰ ਜਿਹੜਾ ਉਹ ਕ੍ਰਾਸ ਕਰਦਾ ਹੈ ਤੇ ਜੇ ਜਿੰਨੇ ਹਾਨੀਕਾਰਕ ਤੱਤ ਮਾਂ ਦੇ ਸਰੀਰ ਦੇ ਵਿੱਚ ਜਾ ਰਹੇ ਨੇ, ਉਹਦੇ ਖੂਨ ਦੇ ਵਿੱਚ ਰਲ ਰਹੇ ਨੇ, ਉਹਦੇ ਪੇਟ ਦੇ ਵਿੱਚ ਪਾਲਣ ਵਾਲੇ ਬੱਚੇ ਦੇ ਅੰਦਰ ਵੀ ਓਨੇ ਜਾਂਦੇ ਨੇ ਤੇ ਬੱਚਾ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੀ ਜਨਮ ਲੈਂਦਾ ਹੈ। ਤੇ ਸਾਡੇ ਰਹਿਤਨਾਮਿਆਂ ਦੇ ਵਿੱਚ ਇੱਕ ਗੱਲ ਜ਼ਿਕਰ ਆਉਂਦੀ ਹੈ, ਮਦਰਾ ਦੋਹਿਥਾ ਏਕ ਕੁਲ ਭਾਂਗ ਦਹੇ ਤਨ ਏਕ, ਜਗਤ ਝੂਠ ਸਤ ਕੁਲ ਦਹੈ ਨਿੰਦਾ ਦਹੇ ਅਨੇਕ। ਕਿ ਜਿਹੜਾ ਜਗਤ ਝੂਠ ਹੈ, ਜਿਹੜੀ ਤੰਬਾਕੂ ਦੀ ਵਰਤੋਂ ਹੈ, ਉਹ ਕੇਵਲ ਇੱਕ ਬੰਦੇ ਦੇ ਨੁਕਸਾਨ ਪਹੁੰਚਾਉਣ ਤੱਕ ਸੀਮਤ ਨਹੀਂ ਰਹਿੰਦੀ, ਬਲਕਿ ਉਹ ਕੁਲਾਂ ਦੇ ਵਿੱਚ ਜਾਂਦੀ ਹੈ। ਸੋ ਮੈਂ ਆਸ ਕਰਦਾ ਕਿ ਤੁਹਾਨੂੰ ਇਸ ਜਵਾਬ ਦੀ ਸਮਝ ਲੱਗ ਗਈ ਹੋਵੇਗੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤੰਬਾਕੂ ਸ਼ਬਦ ਦੀ ਵਰਤੋਂ ਜਾਂ ਜਗਤ ਝੂਠ ਸ਼ਬਦ ਦੀ ਵਰਤੋਂ ਇਸ ਕਰਕੇ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਤੋਂ ਬਾਅਦ ਦੇ ਵਿੱਚ ਆਇਆ ਹੈ। ਦੂਸਰੀ ਗੱਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜੀ ਬੀੜੀਆਂ ਸ਼ਬਦ ਦੀ ਵਰਤਿਆ, ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ, ਉਹ ਬੀੜਾ ਪਾਨ ਦਾ ਬੀੜਾ, ਜਿਸ ਨੂੰ ਮਹਾਨ ਕੋਸ਼ ਦੇ ਵਿੱਚ ਤੁਸੀਂ ਇਹਦਾ ਅਰਥ ਲੱਭ ਵੀ ਸਕਦੇ ਹੋ, ਵਟਿਕਾ। ਉਹ ਜਿਹੜੀ ਪਾਨ ਦੇ ਪੱਤੇ ਦੇ ਵਿੱਚ ਸੁਪਾਰੀ ਰੱਖ ਕੇ, ਲੌਂਗ ਰੱਖ ਕੇ ਗੋਲੀ ਬਣਾਉਂਦੇ ਨੇ, ਉੱਥੇ ਬੀੜੀ ਸ਼ਬਦ ਦੀ ਵਰਤੋਂ ਉਸ ਵਾਸਤੇ ਕੀਤੀ ਗਈ ਹੈ, ਨਾ ਕਿ ਸਿਗਰਟ ਦੇ ਵਾਸਤੇ। ਔਰ ਉਸ ਤੋਂ ਅਗਲੀ ਗੱਲ ਕਿ ਜਦੋਂ ਇਸ ਦੀ ਵਰਤੋਂ ਜਨਤਕ ਤੌਰ ਤੇ ਸ਼ੁਰੂ ਹੋਈ ਤੇ ਗੁਰੂ ਸਾਹਿਬ ਨੇ 9ਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਇਸ ਤੋਂ ਵਰਜਣਾ ਸ਼ੁਰੂ ਕਰਤਾ। ਜਦੋਂ ਹੀ ਇਸ ਅਲਾਮਤ ਦੀ ਆਰੰਭਤਾ ਹੋਈ ਤੇ 10ਮ ਪਾਤਸ਼ਾਹ ਨੇ ਇਸ ਨੂੰ ਬੱਜਰ ਗ੍ਰਹਿ ਦੇ ਵਿੱਚ ਸ਼ਾਮਲ ਕਰ ਦਿੱਤਾ। ਸੋ ਆਸ ਕਰਦਾ ਕਿ ਤੁਸੀਂ ਇਸ ਜਵਾਬ ਨੂੰ ਸਮਝਣ ਦਾ ਯਤਨ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲਾ ਸਵਾਲ ਜੀ।